ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਜੀ ਆਇਆਂ ਨੂੰ। ਅੱਜ ਜੋ ਗੁਰਸਿੱਖਾਂ ਦੇ ਨਾਲ ਇੱਕ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਔਰ ਜਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ 100 ਸਾਲ ਜਿਹੜਾ ਨਨਕਾਣਾ ਸਾਹਿਬ ਦਾ ਸਾਕਾ ਸੀ ਉਹਨੂੰ ਸਮਰਪਿਤ ਇੱਕ ਜਥੇ ਨੇ ਅੱਜ ਪਾਕਿਸਤਾਨ ਨੂੰ ਰਵਾਨਾ ਹੋਣਾ ਸੀ। ਕੁਝ ਸਮਾਂ ਪਹਿਲਾਂ ਹੀ ਨੋਟ ਈਵਨ ਇੱਕ ਤਾਂ ਹੁੰਦਾ 24 ਘੰਟੇ ਵੀ ਨਹੀਂ 8-10 ਘੰਟੇ ਪਹਿਲਾਂ ਇੱਕ ਗਵਰਨਮੈਂਟ ਆਫ ਇੰਡੀਆ ਦੀ ਚਿੱਠੀ ਨਿਕਲ ਜਾਣੀ ਕਿ ਇਹ ਜਥਾ ਜਾ ਨਹੀਂ ਸਕਦਾ ਬਿਕੋਜ਼ ਆਫ 2 ਰੀਜ਼ਨ ਦਿੱਤੇ ਉਹਨਾਂ ਨੇ। ਇੱਕ ਸਿਕਿਉਰਿਟੀ ਤੇ ਉਸ ਤੋਂ ਵੱਡਾ ਕੋਵਿਡ। ਮੈਂ ਸਮਝਦਾ ਕਿ ਇਹ ਕੇਵਲ ਤੇ ਕੇਵਲ ਅਸੀਂ ਜਿਹੜੇ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਸਭ ਨੂੰ ਤੁਹਾਨੂੰ ਪਤਾ ਕਿ ਨਨਕਾਣਾ ਸਾਹਿਬ ਦੀ ਉਹ ਪਵਿੱਤਰ ਧਰਤੀ ਸੱਚੇ ਪਾਤਸ਼ਾਹ ਦੇ ਨੂੰ ਸਮਰਪਿਤ ਉਹ ਧਰਤੀ, ਉੱਥੇ ਕਿਸੇ ਗੁਰਸਿੱਖ ਦਾ ਵੀ ਜਾ ਕੇ ਨਤਮਸਤਕ ਹੋਣਾ ਸਾਡੇ ਲਈ ਬੜੀ ਵਡਭਾਗਾਂ ਵਾਲੀ ਗੱਲ ਹੈ। ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਹ ਤੋਂ ਮਹਾਨ ਵੱਡੀ ਹਸਤੀ ਕੋਈ ਨਹੀਂ ਜਿਹੜੇ ਆਪ ਇੱਕ ਜਥੇ ਨੂੰ ਲੀਡ ਕਰ ਰਹੇ ਹੋਣ। ਉਹਨਾਂ ਨੂੰ ਪਹਿਲਾਂ ਵੀਜ਼ੇ ਦੇ ਦੇਣੇ, ਵੀਜ਼ੇ ਦੇਣ ਤੋਂ ਬਾਅਦ ਜਦ ਸਾਰਾ ਕੁਝ ਤਿਆਰ ਹੋ ਗਿਆ ਅੱਗੇ ਉਹਨਾਂ ਨੂੰ ਸੰਗਤ ਰਿਸੀਵ ਕਰਨ ਵੀ ਆ ਗਈ, ਰਾਤੋਂ ਰਾਤ ਕੈਂਸਲ ਕਰ ਦੇਣਾ ਔਰ ਬਹਾਨਾ ਲਾਉਣਾ ਕੋਵਿਡ ਦਾ ਤੇ ਸਿਕਿਉਰਿਟੀ ਦਾ। ਜੇ ਕੋਵਿਡ ਇੱਕ ਇਸ਼ੂ ਸੀ ਤੇ ਜਦੋਂ ਕੋਵਿਡ ਸ਼ਿਕਰਾਂ ਤੇ ਸੀ ਨਵੰਬਰ ਮਹੀਨੇ 'ਚ ਉਦੋਂ ਵੀ ਜਥਾ ਗਿਆ। ਔਰ ਸਿਕਿਉਰਿਟੀ ਕੰਸਰਨ ਜੇ ਇਸ਼ੂ ਹੈ, ਸਿਕਿਉਰਿਟੀ ਕੰਸਰਨ ਤਾਂ ਕਦੇ ਪਾਕਿਸਤਾਨ ਨਾਲ ਇਸ਼ੂ ਖਤਮ ਹੀ ਨਹੀਂ ਹੋਣਾ। ਦੇਖੋ ਪਾਕਿਸਤਾਨ ਨਾਲ ਸਿਕਿਉਰਿਟੀ ਇਸ਼ੂਜ਼ ਤਾਂ ਅੱਜ ਦੇ ਨਹੀਂ, ਪਿਛਲੇ 72 ਇਅਰਸ 73 ਇਅਰਸ ਦੇ ਜਦੋਂ ਦੀ ਡਿਵੀਜ਼ਨ ਹੋਈ ਆ ਉਦੋਂ ਤੱਕ ਚੈਲੰਜ ਬਣੇ ਹੋਏ। ਮਗਰ ਕਿਸੇ ਦੀ ਧਾਰਮਿਕ ਭਾਵਨਾਵਾਂ ਨਾਲ ਖੇਡਣਾ ਇਹ ਸਰਕਾਰ ਨੂੰ ਗੱਲ ਸ਼ੋਭਦੀ ਨਹੀਂ। ਮੈਂ ਸਮਝਦਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਇਹ ਪੈਟੀ ਪੋਲੀਟਿਕਸ ਕੀਤੀ ਹੈ, ਕੇਵਲ ਤੇ ਕੇਵਲ ਜਿਹੜਾ ਕਿਸਾਨੀ ਦਾ ਗੁੱਸਾ, ਪੰਜਾਬੀਆਂ ਦਾ ਗੁੱਸਾ ਜਿਹੜਾ ਕਿ ਉਹ ਦਿੱਲੀ ਘੇਰ ਕੇ ਕਿਉਂ ਬੈਠੇ ਆ, ਉਹ ਕਿਉਂ ਗਵਰਨਮੈਂਟ ਆਫ ਇੰਡੀਆ ਨੂੰ ਚੈਲੰਜ ਕਰ ਰਹੇ ਆ, ਸਿਰਫ ਉਹ ਗੁੱਸਾ ਕੱਢਣ ਦੀ ਗੱਲ ਕੀਤੀ। ਕਿੱਥੇ ਤਾਂ ਅਸੀਂ ਸੋਚ ਰਹੇ ਸੀ ਕਿ ਜਿਹੜੀ ਕੌਮ ਸਰਬੱਤ ਦੇ ਭਲੇ ਦੀ ਅਰਦਾਸ 8 ਪੈਰੀ ਕਰਦੀ ਆ, ਕਿੱਥੇ ਅਸੀਂ ਸੋਚ ਰਹੇ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੂਗਾ, ਕਿੱਥੇ ਅਸੀਂ ਸੋਚ ਰਹੇ ਸੀ ਕਿ ਜੋ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਕੇ ਜਾ ਰਹੇ ਆ। 2 ਮੁਲਕਾਂ ਵਿੱਚ ਪਿਆਰ ਵੀ ਵਧੂਗਾ, ਸੰਗਤਾਂ ਦਾ ਪਿਆਰ ਵੀ ਵਧੂਗਾ, ਦੁਨੀਆ ਇੱਕ ਕੋਨੇ ਤੋਂ ਦੂਜੇ ਕੋਨੇ 'ਚ ਜਾ ਰਹੀ ਹੈ ਔਰ ਸਰਕਾਰ ਆਪ ਕਹਿ ਰਹੀ ਹੈ ਕਰੋਨਾ ਘਟ ਗਿਆ। ਮਤਲਬ ਬਹਾਨਾ ਵੇਖੋ ਕਿਹੋ ਜਿਹਾ ਫੇਲ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ। ਕੇਵਲ ਤੇ ਕੇਵਲ ਜਿਹੜਾ 100 ਸਾਲ ਦਾ ਇਹ ਨਨਕਾਣਾ ਸਾਹਿਬ ਦੇ ਸਾਕੇ ਨੂੰ ਸਮਰਪਿਤ ਜਿਹੜੇ ਇਹ ਪ੍ਰੋਗਰਾਮ ਹੋਣੇ ਸਨ ਉਹਨਾਂ ਨੂੰ ਟੋਰਪੀਡੋ ਕਰਨ ਵਾਸਤੇ। ਇਸ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਔਰ ਗੁਰੂ ਦੀਆਂ ਸਿੱਖ ਸੰਗਤਾਂ ਦਾ ਜਿਸ ਤਰੀਕੇ ਨੂੰ ਅਪਮਾਨਿਤ ਕੀਤਾ ਇਹ ਬਹੁਤ ਹੀ ਨਿੰਦਣਯੋਗ ਹੈ, ਬਹੁਤ ਹੀ ਮਾੜੀ ਟੇਸਟ ਹੈ, ਇਟਸ ਇਨ ਬੈਡ ਟੇਸਟ ਔਰ ਬਹੁਤ ਡਿਸਰਿਸਪੈਕਟਫੁਲ ਤਰੀਕੇ ਨਾਲ ਜੋ ਇਹ ਸਾਰੇ ਪ੍ਰੋਗਰਾਮ ਨੂੰ ਗਵਰਨਮੈਂਟ ਆਫ ਇੰਡੀਆ ਨੇ ਕੈਂਸਲ ਕੀਤਾ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ
ਔਰ ਗੁਰੂ ਨਾਨਕ ਨਾਮ ਲੇਵਾ ਸੰਗਤ ਇਸ ਨੂੰ ਕੰਡੈਮ ਕਰਦੀ। ਕੀ ਤੁਸੀਂ ਇਹੀ ਕਾਰਨ ਸਮਝਦੇ ਹੋ ਕਿ ਕਿਸਾਨਾਂ ਦੀ ਹਮਾਇਤ ਜਿਹੜੀ ਹੈ ਅਕਾਲੀ ਦਲ ਨੇ ਖੁੱਲ੍ਹ ਕੇ ਕੀਤੀ ਔਰ ਇਹੀ ਕਾਰਨ ਹੈ ਕਿ ਉਹਨਾਂ ਦਾ, ਜਾਂ ਤੁਸੀਂ ਕੋਈ ਹੋਰ ਕਾਰਨ ਮਨਸ਼ਾ ਕੀ ਸਮਝਦੇ ਹੋ ਸਰਕਾਰ ਦੀ? ਹਾਂਜੀ, ਸਰਕਾਰ ਦੀ ਮਨਸ਼ਾ ਤੁਸੀਂ ਇਹਦੇ ਪਿੱਛੇ ਕੀ ਸਮਝਦੇ ਹੋ? ਦੇਖੋ ਮੈਂ ਤਾਂ ਬੜਾ ਕਲੀਅਰ ਆ ਜੀ, ਆਪ ਹੀ ਗਵਰਨਮੈਂਟ ਆਫ ਇੰਡੀਆ ਕਹਿ ਨਹੀਂ ਰਹੀ ਕਿ ਕਰੋਨਾ ਦੇ ਤਾਂ ਕੇਸਿਸ ਬਹੁਤ ਘਟ ਗਏ। ਬਾਕੀ ਜਦ ਸਾਰੀ ਦੁਨੀਆ 'ਚ ਆਪ ਗਵਰਨਮੈਂਟ ਆਫ ਇੰਡੀਆ ਕਲੇਮ ਕਰਦੀ ਹੈ ਕਿ ਕਰੋਨਾ ਦੇ ਕੇਸਿਸ ਘਟ ਗਏ ਆ, ਔਰ ਜਦ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਕਿਸੇ ਪ੍ਰੋਗਰਾਮ ਨਾਲ, ਜਹੇਦਾਰ ਸਾਹਿਬ ਆਪ ਦੇਖੋ, ਜਹੇਦਾਰ ਸਾਹਿਬ ਆਪ ਬੜੇ ਸੁਲਝੇ ਨੇ, ਸਿਆਣੇ ਨੇ, ਜ਼ਿੰਮੇਵਾਰ ਵਿਅਕਤੀ ਨੇ, ਤੇ ਜੇ ਉਹ ਜਾਣਾ ਚਾਹ ਰਹੇ ਆ, ਸਿੱਖ ਸੰਗਤ ਜਾਣਾ ਚਾਹ ਰਹੀ ਹੈ, ਤੇ ਕਿਸੇ ਨੂੰ ਕੀ ਪ੍ਰੋਬਲਮ ਹੈ? ਸਾਡਾ ਮਤਲਬ ਹੋਣੀ ਨਹੀਂ ਚਾਹੀਦੀ, ਦੇ ਸ਼ੁੱਡ ਬੀ ਅਸਿਸਟਿੰਗ। ਮਗਰ ਜੋ ਰਵੱਈਆ ਅਪਣਾਇਆ ਗਿਆ ਉਹ ਕੇਵਲ ਤੇ ਕੇਵਲ ਮੈਂ ਸਮਝਦਾ ਕਿ ਕਿਉਂਕਿ ਬਾਰਡਰ ਤੇ ਪੰਜਾਬੀਆਂ ਨੇ ਗਵਰਨਮੈਂਟ ਆਫ ਇੰਡੀਆ ਦੇ ਵਿਰੁੱਧ, ਸਾਡੇ ਕਿਸਾਨਾਂ ਨੇ ਉੱਥੇ ਮੋਰਚਾ ਲਾਇਆ, ਇਹ ਸਬਕ ਸਿਖਾਉਣ ਵਾਸਤੇ ਮੈਂ ਸਮਝਦਾ ਇਹ ਜੀਆਂ ਕੋਝੀਆਂ ਚਾਲਾਂ ਗਵਰਨਮੈਂਟ ਆਫ ਇੰਡੀਆ ਵੱਲੋਂ ਚੱਲੀਆਂ ਜਾ ਰਹੀਆਂ ਨੇ, ਜਿਹਦੇ ਨਾਲ ਕੋਈ ਉਹਨਾਂ ਨੂੰ ਫਾਇਦਾ ਨਹੀਂ ਪਹੁੰਚਣਾ। ਕਿ ਕੇਂਦਰ ਸਰਕਾਰ ਦੀ ਪੰਜਾਬੀਆਂ ਪ੍ਰਤੀ ਜੋ ਮਨਸ਼ਾ ਹੈ, ਜੋ ਸੋਚ ਹੈ, ਜੋ ਇੱਕ ਐਟੀਟਿਊਡ ਹੈ ਨਫ਼ਰਤ ਭਰਿਆ ਦਿੱਲੀ ਦਾ, ਉਹੀ ਵੇਖਣ ਨੂੰ ਮਿਲ ਰਿਹਾ। ਦੇਖੋ, ਨਨਕਾਣਾ ਸਾਹਿਬ ਦੀ ਧਰਤੀ ਤੇ ਜਾਣ ਤੋਂ ਜੇ ਕਿਸੇ ਗੁਰਸਿੱਖ ਨੂੰ, ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਰੋਕਿਆ ਜਾਵੇ, ਇਹ ਤੋਂ ਮਾੜੀ ਗੱਲ ਹੋਰ ਹੋ ਕੀ ਸਕਦੀ ਹੈ? ਕੋਈ ਦੇਖੋ, ਕੋਈ ਕਿਸੇ ਨੂੰ ਕਵੇ ਕੱਲ ਤੂੰ ਮੱਕੇ ਮਦੀਨੇ ਨਹੀਂ ਜਾ ਸਕਦਾ ਜਾਂ ਅਯੋਧਿਆ ਨਹੀਂ ਜਾ ਸਕਦਾ, ਉਹਦੇ ਮਨ ਤੇ ਕੀ ਬੀਤੂ? ਜੇ ਸਾਨੂੰ ਸ਼੍ਰੀ ਨਨਕਾਣਾ ਸਾਹਿਬ ਜਾਣ ਤੋਂ ਰੋਕਿਆ ਜਾ ਰਿਹਾ ਤੇ ਸਾਡੇ ਮਨ ਤੇ ਕੀ ਬੀਤੂ? ਬੁਖਲਾਹਟ ਲੈ ਰਹੀ ਹੈ ਸੈਂਟਰ ਗਵਰਨਮੈਂਟ ਐਸੇ ਫੈਸਲੇ। ਬੁਖਲਾਹਟ ਹੀ ਆ, ਫਰਸਟ੍ਰੇਸ਼ਨ, ਬੁਖਲਾਹਟ, ਨਫ਼ਰਤ, ਗੁੱਸਾ। ਸੰਗਤ ਦੀ ਨਾਰਾਜ਼ਗੀ ਇਹ ਹੁੰਦੀ ਸੀ ਕਿ ਵੀਜ਼ਾ ਨਹੀਂ ਮਿਲਿਆ। ਹਾਂਜੀ, ਸੰਗਤ ਦੀ ਨਾਰਾਜ਼ਗੀ ਹੁਣ ਤੱਕ ਇਹ ਹੁੰਦੀ ਸੀ ਕਿ ਪਾਕਿਸਤਾਨ ਨੇ ਵੀਜ਼ਾ ਨਹੀਂ ਦਿੱਤਾ, ਪਰ ਇਹ ਪਹਿਲੀ ਵਾਰੀ ਹੋਇਆ ਕਿ ਵੀਜ਼ਾ ਮਿਲ ਗਿਆ, ਪਰ ਜੋਨ ਦਾ ਦੋਵਾਂ ਮੁਲਕਾਂ ਸਮਝੌਤਾ ਹੋਇਆ ਜਿੱਥੇ ਉਹ ਲੈ ਕੇ, ਇਹ ਵੈਰੀ ਫਸਟ ਟਾਈਮ ਹੈ ਕਿ ਜੱਥਾ ਵੀਜ਼ਾ ਮਿਲਣ ਤੋਂ ਬਾਅਦ ਰੋਕਿਆ ਗਿਆ। ਮੈਂ ਉਹੀ ਬੇਨਤੀ ਕਰ ਰਿਹਾ ਜੀ, ਪਹਿਲੀ ਗੱਲ ਦੇਖੋ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣ ਦੀ ਮੰਗ, ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸਾਂ ਕਿੰਨੇ ਚਿਰ ਬਾਅਦ ਸੁਣੀ ਗਈ? ਜੇ ਸੁਣੀ ਗਈ ਤੇ ਬੰਦ ਕਰਤਾ ਕੋਰੀਡੋਰ। ਔਰ ਜਿਹੜਾ ਬਾਰਡਰ ਕਦੇ ਨਹੀਂ ਬੰਦ ਹੋਇਆ ਸੀ ਵਾਘੇ ਦਾ, ਅੱਜ ਉਹਨੂੰ ਵੀ ਰੋਕਤਾ। ਜਥੇ ਹਰ ਸਾਲ ਜਾਂਦੇ ਰਹੇ ਆ, ਕਦੇ ਕੋਈ ਇਸ਼ੂ ਹੋਇਆ ਨਹੀਂ। ਤੁਸੀਂ ਵੋਲੰਟਰਲੀ ਲਿਖਾ ਲਓ ਕਿ ਬਈ ਸਾਨੂੰ ਜਾਣ 'ਚ ਜੇ ਕੁਝ ਹੋ ਗਿਆ ਅਸੀਂ ਆਪ ਜ਼ਿੰਮੇਵਾਰ ਹੈ। ਸਾਨੂੰ ਕਿਉਂਕਿ ਪੂਰਨ ਭਰੋਸਾ ਹੈ ਕਿ ਜਿਹੜਾ ਨਨਕਾਣਾ ਸਾਹਿਬ ਦੀ ਧਰਤੀ ਤੋਂ ਜਾ ਕੇ ਨਤਮਸਤਕ ਹੋਊਗਾ, ਗੁਰੂ ਉਹਦਾ ਵਾਲੀ ਹੈ, ਗੁਰੂ ਉਹਨਾਂ ਦਾ ਨੁਕਸਾਨ ਨਹੀਂ ਹੋਣ ਦਊਗਾ। ਮਗਰ ਜੇ ਐਨਡੀਏ ਦੇ ਵਿੱਚ ਤੁਸੀਂ ਬਣੇ ਰਹਿੰਦੇ ਜਾਂ ਦੀ ਲੀਆਂ ਤੇ ਮੌਜੂਦਾ ਭਾਜਪਾ ਦੀ ਕੇਂਦਰ ਦੀ ਸਰਕਾਰ ਉਸੇ ਲੀਆਂ ਤੇ ਚੱਲ ਪਈ ਹੈ, ਗੁਰਸਿੱਖਾਂ ਦੇ ਪ੍ਰਤੀ, ਪੰਜਾਬੀਆਂ ਦੇ ਪ੍ਰਤੀ। ਵਿਕਰਮ ਜੀ, ਜਥੇ ਅਗਲੇ ਮਹੀਨੇ ਵੀ ਜਾਣੇ ਨੇ, ਜਥੇ ਲਗਾਤਾਰ ਜਾਂਦੇ ਨੇ, ਕੀ ਲੱਗਦਾ ਕਿ ਇਸ ਤੋਂ ਬਾਅਦ ਅਗਲੇ ਜਥਿਆਂ ਨੂੰ ਵੀ ਇਸੇ ਤਰ੍ਹਾਂ ਹੀ ਰੋਕਿਆ ਜਾ ਸਕਦਾ ਜੇ ਉਹਨਾਂ ਦੀ ਮਨਸ਼ਾ ਇਹੋ ਹੀ ਜੋ ਤੁਸੀਂ ਕਹਿ ਰਹੇ ਹੋ? ਮੇਰਾ ਵੀਰ, ਮੇਰਾ ਨਾ ਅੱਜ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰਾ ਕੋਈ ਪੋਲੀਟੀਕਲ ਮਕਸਦ ਨਹੀਂ ਹੈ, ਮਗਰ ਮੈਂ ਇੱਕ ਗੱਲ ਬੜਾ ਕਲੀਅਰ ਹਾਂ, ਸਭ ਤੋਂ ਪਹਿਲਾਂ ਮੈਂ ਗੁਰੂ ਦਾ ਸਿੱਖ ਹਾਂ, ਔਰ ਗੁਰੂ ਦੇ ਸਿੱਖ ਹੋਣ ਦੇ ਨਾਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਕਿਸੇ ਚੀਜ਼ ਨੂੰ ਲੀਡ ਕਰ ਰਹੇ ਹੋਣ, ਉਹਨਾਂ ਨੂੰ ਇਸ ਤਰੀਕੇ ਨਾਲ ਅਪਮਾਨਿਤ ਕਰਨਾ ਇਜ਼ ਅਨਐਕਸੈਪਟੇਬਲ। ਗੁਰੂ ਨਾਨਕ ਨਾਮ ਲੇਵਾ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੀ ਫਰਿਆਦ ਲੈ ਕੇ ਜਾਓਗੇ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਹ ਮਾਮਲਾ ਪੰਜ ਸਿੰਘ ਸਾਹਿਬਾਨਾਂ 'ਚ ਵਿਚਾਰਨਾ ਚਾਹੀਦਾ, ਕਿਉਂਕਿ ਭਾਜਪਾ ਦੀ ਜਿਹੜੀ ਨੀਤ ਹੈ ਤੇ ਨੀਤੀ ਹੈ, ਇਹਦੇ ਤੇ ਕੋਈ ਸਖਤ ਫੈਸਲਾ ਲੈਣਾ ਚਾਹੀਦਾ। ਦੇਖੋ, ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਆਪ ਸਮਰੱਥ ਨੇ, ਮੈਂ ਆਪ ਵੀ ਸਮਝਦਾ ਕਿ ਉਹ ਵੀ ਇਹ ਸਾਰੀ ਸਿਚੁਏਸ਼ਨ ਨਾਲ ਜਾਣੂ ਨੇ, ਔਰ ਸ਼ਾਇਦ ਉਹ ਆਪ ਵੀ ਮੀਟਿੰਗ ਸੱਦ ਕੇ ਇਸ ਗੱਲ ਤੇ ਆਪ ਵੀ ਵਿਚਾਰ ਕਰਨਗੇ। ਉਹ ਤਾਂ ਸਮਝ ਹੀ ਰਿਹਾ ਕਿ ਸਾਡੀ ਸਭ ਦੀਆਂ ਭਾਵਨਾਵਾਂ ਇਹਦੇ ਨਾਲ ਆਹਤ ਹੋਈਆਂ ਨੇ। ਵੇਖੋ, ਪੰਜਾਬ ਗੁਰਸਿੱਖ ਇਹ ਦੇਸ਼ ਦਾ ਵੱਡਾ ਹਿੱਸਾ ਨੇ, ਇਹ ਦੇਸ਼ ਵਾਸਤੇ ਪੰਜਾਬੀਆਂ ਨੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ। ਔਰ ਜਦ ਪੰਜਾਬੀਆਂ ਦੇ ਧਰਮ ਸਥਾਨ ਨਾਲ ਜੁੜੀ ਕੋਈ ਗੱਲ ਆਵੇ, ਸ਼੍ਰੀ ਨਨਕਾਣਾ ਸਾਹਿਬ ਦੀ ਧਰਤੀ ਨੂੰ ਨਤਮਸਤਕ ਹੋਣ ਦੀ ਗੱਲ ਆਵੇ, ਉਸ ਤੇ ਰੋਕਿਆ ਜਾਵੇ, ਪਾਬੰਦੀ ਲਾਈ ਜਾਵੇ, ਇਹ ਕਦੇ ਚਿੱਤ ਬਰਦਾਸ਼ਤ ਨਹੀਂ ਹੋ ਸਕਦਾ। ਜਿਹਨੂੰ ਉਹ ਦੇਖੋ ਜੀ, ਇਹ ਸਾਰੀਆਂ ਘਟਨਾਵਾਂ ਹੀ ਨੇ। ਵੱਡੀ ਗੱਲ ਹੈ ਕਿ ਦਿੱਲੀ ਅੱਗੇ ਝੁਕ ਜਾਓ,
ਤੇ ਸਭ ਕੁਝ ਠੀਕ, ਜੇ ਦਿੱਲੀ ਅੱਗੇ ਨਾ ਚੁੱਕੋ ਤੇ ਸਭ ਕੁਝ ਗਲਤ। ਤੁਸੀਂ ਮੇਰੇ ਤੋਂ ਬਿਹਤਰ ਗੱਲ ਨੂੰ ਸਮਝ ਰਹੇ ਹੋ। ਇਹ ਅਕਾਲੀ ਭਾਜਪਾ ਦਾ ਤੋੜ ਵਿਛੋੜੇ ਦਾ ਨਤੀਜਾ ਤਾਂ ਨਹੀਂ? मजीठिया साहब बहुत सारे नैरेटिव्स आए अंदोलन ਨੂੰ ਫੇਲ ਕਰਨ ਵਾਸਤੇ ਔਰ 26 ਜਨਵਰੀ ਦੀ ਗਲਤੀ ਕਰਵਾਈ ਗਈ ਜਿਹੜੀ ਆ ਉਸ ਦਾ ਉਹਦਾ ਹਜੇ ਖਮਿਆਜਾ ਹਜੇ ਵੀ ਭੁਗਤਿਆ ਜਾ ਰਿਹਾ। ਦੂਸਰੇ ਨੰਬਰ ਤੇ ਕਿ ਤੁਹਾਨੂੰ ਲੱਗਦਾ ਕਿ ਆਹ ਜਿਹੜੀ ਚੀਜ਼ ਕਰਕੇ ਸਿੱਖਾਂ ਦੇ ਵਿੱਚ ਇੱਕ ਅਨਰੈਸਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿ ਫਿਰ ਕੋਈ ਨਾ ਕਿਸੇ ਤਰੀਕੇ ਦਾ ਕੋਈ ਬਲਬਲਾ ਉੱਠੇ ਸਿੱਖਾਂ ਦੇ ਵਿੱਚ ਤੇ ਫਿਰ ਉਸ ਨੂੰ ਟਾਰਗੇਟ? ਨਹੀਂ, ਮੈਂ ਤਾਂ ਬੜਾ ਕਲੀਅਰ ਹਾਂ ਜੀ। ਆਹ ਚਿੱਠੀ ਮੈਂ ਜੋ ਤੁਸੀਂ ਸਵਾਲ ਕਰ ਰਹੇ ਹੋ ਨਾ, ਬਿਲਕੁਲ ਉਹ ਸਹੀ ਹੈ। ਇਹ ਆਪ ਹੀ ਪੰਜਾਬੀਆਂ ਨੂੰ ਜੋ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਉਹਦੇ ਨਾਲ ਵੀ ਪੰਜਾਬੀ ਏਲੀਏਨੇਟ ਹੋਇਆ ਦਿੱਲੀ ਨਾਲ, ਔਰ ਜੋ ਇਹ ਹੁਣ ਕਰ ਰਹੇ ਆ ਉਹਦੇ ਨਾਲ ਫਰਦਰ ਏਲੀਏਨੇਟ ਹੋਣਾ। ਇਹਦੇ ਨਾਲ ਕੋਈ ਫੀਲਿੰਗਸ ਤੇ ਸ਼ਾਂਤ ਨਹੀਂ ਹੋਣੀਆਂ, ਬਲਕਿ ਤਾਂ ਹੋਰ ਪੰਜਾਬੀਆਂ ਨੂੰ ਅਪਮਾਨਿਤ ਕਰਨ ਦਾ ਕੰਮ। ਔਰ ਐਤਕੀ ਕਿਉਂ ਇਹ ਹੋਰ ਖਤਰਨਾਕ ਕੰਮ ਕਰਤਾ, ਨਿੰਦਨਯੋਗ ਕੰਮ ਕਰਤਾ, ਕਿਉਂਕਿ ਲੀਡ ਕੌਣ ਕਰ ਰਿਹਾ? ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ। ਜੇ ਉਹਨਾਂ ਪ੍ਰਤੀ ਇਹ ਸੋਚ ਹੈ ਤੇ ਤੁਸੀਂ ਯੂ ਕੈਨ ਵੈਲ ਇਮੈਜਨ ਕਿ ਪੰਜਾਬੀ ਜਾਂ ਗੁਰਸਿੱਖਾਂ ਪ੍ਰਤੀ ਕੀ ਸੋਚ ਹੈ। ਦੂਜੀ ਗੱਲ, ਤੁਸੀਂ ਚਿੱਠੀ ਬੜੇ ਧਿਆਨ ਨਾਲ ਸੁਣੋ। ਇਹਦੇ 'ਚ 3 ਨੰਬਰ ਪੁਆਇੰਟ 'ਚ ਲਿਖਦੇ ਆ, ਯੂ ਮੇ ਆਲਸੋ ਬੀ ਅਵੇਅਰ that traffic on India-Pakistan international border remains suspended from March 2020 due to COVID-19 pandemic। ਤੇ ਇਹਨਾਂ ਨੂੰ ਪੁੱਛੋ ਕਿ ਜੇ ਸਸਪੈਂਡਡ ਸੀ ਪਰ ਨਵੰਬਰ 'ਚ ਜਥਾ ਕਿਵੇਂ ਚਲੇ ਗਿਆ? ਮਤਲਬ ਝੂਠ, ਚਿੱਠੀ 'ਚ ਝੂਠ ਲਿਖਿਆ ਜਾ ਰਿਹਾ। ਇਹ ਕੋਈ ਕੌਣ ਬਰਦਾਸ਼ਤ ਕਰੂ? ਦੇਖੋ, ਸਰਕਾਰਾਂ ਦੇਸ਼ ਦੀਆਂ ਨੇ, ਸਰਕਾਰਾਂ ਤੁਹਾਡੀ ਸਭ ਦੀ, ਸਾਡੀ ਸਭ ਦੀ ਆ, ਮਗਰ ਸਰਕਾਰਾਂ ਇਸ ਤਰੀਕੇ ਦਾ ਝੂਠ ਬੋਲਣ ਉਹ ਕਿਵੇਂ ਬਰਦਾਸ਼ਤ ਹੋਊ? ਸਰ ਜਿਸ ਤਰ੍ਹਾਂ ਜਿਹੜੀ ਅੱਜ ਵੀ ਗੱਲ ਕੀਤੀ ਆ ਕਿ ਕੱਲ ਵੀ ਬੰਦੇ ਗਏ ਆ, ਚੀਫ ਮਿਨਿਸਟਰ ਸਾਹਿਬ ਦੇ ਕਹੇ ਤੇ, ਕੱਲ ਉਹਨਾਂ ਦੇ ਕਹੇ ਤੇ ਜਾ ਸਕ ਰਿਹਾ, ਤੇ ਕੋਵਿਡ ਕੱਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵਾਸਤੇ ਜਾਂ ਗੁਰਸਿੱਖਾਂ ਵਾਸਤੇ ਰਹਿ ਗਿਆ? ਸਰ ਜਿਸ ਤਰ੍ਹਾਂ ਤੁਹਾਡਾ ਅਲਾਈਅੰਸ ਟੁੱਟਿਆ, ਹੋਰ ਬਹੁਤ ਸਾਰੇ ਸਵਾਲ ਹੋਏ। ਇੱਕ ਸਭ ਤੋਂ ਅਹਿਮ ਚੀਜ਼ ਇਹ ਹੈ ਕਿ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਬਾਅਦ ਤੇ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ, ਪਰ ਜਦੋਂ ਦੇ ਐਨਡੀਓ ਤੋਂ ਤੁਸੀਂ ਅਲੱਗ ਹੋ ਗਏ ਜੇ, ਉਹ ਜ਼ਿਆਦਾ ਨਹੀਂ ਕਰ ਰਹੇ ਅਜਿਹੇ ਮਾਮਲੇ ਜਾਣ ਖੋਲ ਕੇ ਦਖਲ ਦੇਣ ਲੱਗ ਪਏ ਸਿੱਖਾਂ ਦੇ ਮਾਮਲੇ? ਦੇਖੋ, ਮੈਂ ਬੜਾ ਕਲੀਅਰ ਹਾਂ ਜੀ। ਕਰੋਨਾ ਅੱਜ ਪੀਕ 'ਚ ਹੈ ਕਿ ਨਵੰਬਰ 'ਚ ਪੀਕ 'ਚ ਸੀ? ਸਭ ਨੂੰ ਪਤਾ ਨਵੰਬਰ ਪੀਕ ਸੀ। ਨਵੰਬਰ ਇੱਕ ਜਥਾ ਜਾ ਸਕਦਾ ਹੈ, ਤੇ ਅੱਜ ਇਹਨਾਂ ਦਾ ਗਵਰਨਮੈਂਟ ਆਫ ਇੰਡੀਆ ਕਿਵੇਂ ਲਿਖ ਰਹੀ ਹੈ ਕਿ ਹੁਣ ਕਰੋਨਾ ਦਾ ਸੰਕਟ ਬਹੁਤ ਵੱਡਾ, ਇਸ ਲਈ ਨਾ ਜਾਓ। ਦੂਜੀ ਗੱਲ, ਇਹ ਸਾਰਾ ਕੁਝ, ਹਾਂ ਜੇ ਅਸੀਂ ਐਨਡੀਏ ਦੇ ਹਿੱਸਾ ਹੁੰਦੇ ਤੇ ਉੱਥੇ ਕੋਈ ਸਮਝਾਉਂਦਾ। ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬੀ ਭਾਵੇਂ ਭਾਜਪਾ ਦੇ ਵੀਰੇ ਵੀ ਨਹੀਂ ਜਾ ਕੇ ਦੱਸਦੇ ਉੱਥੇ। ਤੁਸੀਂ ਕਿਸੇ ਧਰਮ ਦੀ ਆਸਥਾ ਨਾਲ, ਉਹਨਾਂ ਦੇ ਰਿਲੀਜੀਅਸ ਪ੍ਰੋਗਰਾਮਸ 'ਚ ਇਸ ਤਰੀਕੇ ਦੀ ਦਖਲ ਅੰਦਾਜ਼ੀ ਕਦੇ ਵੀ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਔਰ ਉਹ ਕੌਮ ਜਿਹੜੀ ਦੇਸ਼ ਲਈ ਮਰੀ ਆ, ਉਹ ਕੌਮ ਜਿਹਨੇ ਸਭ ਤੋਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਦੇਸ਼ ਖਾਤਰ, ਉਹ ਕੌਮ ਜਿਹੜੀ ਸਰਬੱਤ ਦੇ ਭਲੇ ਦੀ ਅਰਦਾਸ ਅੱਠੋਂ ਪੈਰੀ ਕਰਦੀ ਹੈ, ਤੁਸੀਂ ਉਹਨਾਂ ਨਾਲ ਵੀ ਤੁਸੀਂ ਆਪ ਸਮਝੋ ਜੀ ਕਿ ਕਿਸੇ ਧਰਮ ਨਾਲ ਸੰਬੰਧਿਤ ਜੀ ਨੂੰ ਕਵੇ ਕਿ ਤੂੰ ਆਪ ਦੇ ਧਰਮ ਸਥਾਨ ਤੇ ਨਹੀਂ ਜਾ ਸਕਦਾ, ਇਹ ਕਿੱਥੋਂ ਦਾ ਇਨਸਾਫ ਹੈ? ਔਰ ਇੱਕ ਮਿੰਟ, ਲਾਸਟ ਗੱਲ, ਵੀਜ਼ਾ ਦੇਣ ਤੋਂ ਬਾਅਦ ਪਰਮਿਸ਼ਨਸ ਦੇਣ ਤੋਂ ਬਾਅਦ ਅਖੀਰਲੇ ਮੌਕੇ 8-10 ਘੰਟੇ ਪਹਿਲਾਂ, ਔਰ ਉਹ ਵੀ ਕੌਣ ਲੀਡ ਕਰ ਰਿਹਾ? ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ। ਇਹ ਸਿੱਖ ਕੌਮ ਦਾ, ਪੰਜਾਬੀਆਂ ਦਾ ਅਪਮਾਨਿਤ ਕੀਤਾ ਅੱਜ ਗਵਰਨਮੈਂਟ ਆਫ ਇੰਡੀਆ ਨੇ, ਜਿਹੜਾ ਬਹੁਤ ਹੀ ਅਨਐਕਸੈਪਟੇਬਲ ਹੈ, ਔਰ ਅਸੀਂ ਕੰਡੈਮ ਕਰਦੇ ਇਹਨੂੰ ਸਟਰੋਂਗੈਸਟ ਵਰਡ 'ਚ। ਜਗੀਰ ਕੌਰ ਵੱਲੋਂ ਇਸ ਨੂੰ, ਇਸ ਸਰਕਾਰ ਦੇ ਇਸ ਫੈਸਲੇ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਕਤਲ ਦੱਸਿਆ ਗਿਆ। 100% ਜੀ, ਮੈਂ ਆਪ ਇਹ ਗੱਲ ਕਹਿ ਰਿਹਾ ਕਿ ਗਵਰਨਮੈਂਟ ਆਫ ਇੰਡੀਆ ਦੇ ਇਸ ਐਟੀਟਿਊਡ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪਮਾਨਿਤ ਕਰਨਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪਮਾਨਿਤ ਕਰਨਾ, ਔਰ ਵੱਡੀ ਗੱਲ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ, ਜਿਹੜੀ ਸਰਬੱਤ ਦੇ ਭਲੇ ਲਈ ਰੋਜ਼ ਅਰਦਾਸਾਂ ਕਰਦੀ ਹੈ, ਉਸ ਕੌਮ ਨੂੰ ਅਪਮਾਨਿਤ ਕਰਨਾ ਹੈ, ਹੋਰ ਕੁਝ ਨਹੀਂ ਕੀਤਾ। ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੁੜ ਚਿੱਠੀ ਲਿਖੀ ਹੈ ਕਿ ਸਾਨੂੰ ਇੱਕ ਵਾਰੀ ਫੇਰ ਵਿਚਾਰ ਕਰਕੇ ਇਹਨੂੰ ਜਥੇ ਨੂੰ ਜਾਣ ਦੀ ਆਗਿਆ ਦੇ ਦਿੱਤੀ ਜਾਵੇ। ਕੀ ਤੁਹਾਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਉਹਨਾਂ ਦੇ ਵਿਚਾਰ ਕਰਨਗੇ ਜੀ? ਦੇਖੋ, ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸ ਦਿਆਂ। ਚਲੋ, ਤੁਹਾਡਾ ਬੜਾ ਵਧੀਆ ਸਵਾਲ ਹੈ। ਜਿਹੜੇ ਇਹ ਜਿਨ੍ਹਾਂ ਨੇ ਚਿੱਠੀ ਲਿਖੀ ਆ, ਅਭੀ ਪ੍ਰਕਾਸ਼ ਜੀ, ਇਹਨਾਂ 'ਚ ਇੰਨੀ ਹਿੰਮਤ ਨਹੀਂ ਕਿ ਇਹ ਚਿੱਠੀ ਕੱਢ ਦੇਣ।
ਜਿਹੜੀ ਪਰਮਿਸ਼ਨ ਵੀਜ਼ਾ ਸਾਰਾ ਕੁਝ ਹੋਇਆ ਹੋਵੇ, ਸਾਰੀ ਤਿਆਰੀਆਂ ਹੋਈ ਹੋਣ, ਇਹ ਜੇ ਚਿੱਠੀ ਕਢਾਈ ਗਈ ਹੈ ਤੇ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਸਾਹਿਬ ਦਾ ਜ਼ਿਕਰ ਕਰ ਰਿਹਾ ਉਹਨਾਂ ਦੀ ਇੰਟਰਵੈਂਸ਼ਨ ਤੋਂ ਬਗੈਰ ਇਹ ਚਿੱਠੀ ਨਹੀਂ ਨਿਕਲੀ। ਔਰ ਜੇ ਤੁਸੀਂ ਮੈਨੂੰ ਦੂਜਾ ਸਵਾਲ ਕਰ ਰਹੇ ਹੋ ਕਿ ਕੀ ਉਹਨਾਂ ਨੇ ਮਨ ਬਦਲ ਦੇਣਾ, ਜਦ 100 ਤੋਂ ਵੱਧ ਆਪਦੀ ਕੁਰਬਾਨੀ ਬਾਰਡਰਾਂ ਤੇ ਦੇ ਗਏ ਆ ਔਰ ਲੱਖਾਂ ਲੋਕ ਅੱਜ ਕਿਸਾਨੀ ਲਈ ਅੰਦੋਲਨ 'ਚ ਬੈਠੇ, ਜਦ ਉਹਨਾਂ ਦੀ ਨਹੀਂ ਸੁਣ ਰਹੇ ਤੇ ਇੱਕ ਚਿੱਠੀ ਦਾ ਉਹਨਾਂ ਤੇ ਕਿੱਡਾ ਕੁ ਅਸਰ ਹੋਣਾ ਇਹ ਤੁਸੀਂ ਬਿਹਤਰ ਜਾਣਦੇ ਹੋ। ਕਿਸਾਨ ਦਿੱਲੀ ਬਾਰਡਰ ਘੇਰਨ ਗਏ ਸੀ ਜੀ, ਕਰੋਨਾ ਦਾ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਕਰੋਨਾ ਹੈ ਆ, ਜਦੋਂ ਬਾਰਡਰ ਘੇਰਨ ਗਏ ਸੀ ਤੇ ਕਰੋਨਾ ਦੀ ਆੜ 'ਚ ਹੀ ਸਾਰੇ ਕੰਮ ਚੱਲਣ ਦੇ ਆ ਜੀ। ਬਿਲਕੁਲ ਕਰੋਨਾ ਦੀ ਆੜ 'ਚ ਹੀ ਸਾਰਾ ਕੁਝ ਹੋ ਰਿਹਾ ਜੀ, ਤੁਹਾਡਾ ਬੜਾ ਕਲੀਅਰ ਹੈ। ਮੈਂ ਉਹੀ ਬੇਨਤੀ ਬਾਰ-ਬਾਰ ਕਰ ਰਿਹਾ, ਨਵੰਬਰ ਕਰੋਨਾ ਦਾ ਪੀਕ ਸੀ, ਜੇ ਉਦੋਂ ਜਥਾ ਜਾ ਸਕਦਾ ਸੀ ਤੇ ਅੱਜ ਤਾਂ ਆਪ ਗਵਰਨਮੈਂਟ ਆਫ ਇੰਡੀਆ ਇਸ਼ਤਿਹਾਰ ਕਢਾ ਰਹੀ ਹੈ ਕਿ ਕਰੋਨਾ ਘਟ ਗਿਆ। ਅਕਾਲੀ ਦਲ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਿਸ ਤਰੀਕੇ ਨਾਲ ਜਤਾਏਗਾ, ਕਿਉਂਕਿ ਇਹ ਪੂਰੀ ਕੌਮ ਦਾ ਮੁੱਦਾ, ਇੱਕ ਕਿਸੇ ਪਾਰਟੀ ਜਾਂ ਕਿਸੇ ਇੱਕ ਖਿੱਤੇ ਦਾ ਮੁੱਦਾ ਨਹੀਂ ਹੈ। ਦੇਖੋ ਕੌਮ ਦਾ ਮੁੱਦਾ ਵੀ ਹੈ ਜੀ, ਔਰ ਵੱਡੀ ਗੱਲ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪਮਾਨਿਤ ਕਰਨ ਦਾ ਮੁੱਦਾ ਵੀ ਹੈ। ਤੁਸੀਂ ਕਾਈਂਡਲੀ ਇਸ ਗੱਲ ਨੂੰ ਸਮਝੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਭ ਤੋਂ ਸਰਵੋੱਚ ਸਾਡੇ ਲਈ ਜੋ ਗੁਰੂ ਦਾ ਮਤਲਬ ਦਰ ਹੈ, ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇੱਕ ਡੈਲੀਗੇਸ਼ਨ ਨੂੰ ਲੀਡ ਕਰ ਰਹੇ ਹੋਣ, ਉਹਦੀਆਂ ਸਾਰੀਆਂ ਪਰਮਿਸ਼ਨਾਂ ਹੋ ਗਈਆਂ ਹੋਣ, ਜਾਣ ਦਾ ਸਮਾਂ ਹੋਵੇ, ਅਖੀਰਲੇ ਮੌਕੇ 'ਚ ਉਹਨਾਂ ਨੂੰ ਰੋਕਤਾ ਜਾਵੇ ਤੇ ਇਹ ਕੌਮ ਦਾ ਅਪਮਾਨ ਹੈ, ਇਹ ਪੰਜਾਬੀਆਂ ਦਾ ਅਪਮਾਨ ਹੈ। 550 ਸਾਲਾਂ ਤੇ ਜਿਹੜਾ ਜਥਾ ਧਾਰਮਿਕ ਜਥਾ ਸੀ, ਇਹਦੇ 'ਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਸੀ। ਤੁਹਾਨੂੰ ਨਹੀਂ ਲੱਗਦਾ ਕਿ ਧਾਰਮਿਕ ਜਥੇ ਨੂੰ ਨਹੀਂ ਸੀ ਰੋਕਣਾ ਚਾਹੀਦਾ? 100% ਮੈਂ ਬਾਰ-ਬਾਰ ਗੱਲ ਇਸੇ ਤੇ ਆ ਰਿਹਾ ਕਿ ਅੱਜ ਨਾ ਤਾਂ ਕੋਈ ਪੋਲੀਟੀਕਲ ਗੱਲ ਸੀ, ਸਾਡੇ ਧਰਮ ਨਾਲ ਸੰਬੰਧਿਤ ਸੁਪਰੀਮ ਜਿਹੜੇ ਬਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਾਂ ਦੀ ਪਾਰਲੀਮੈਂਟ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਉਹਨਾਂ ਨੂੰ ਰੋਕਣਾ ਇੱਕ ਕੇਵਲ ਤੇ ਕੇਵਲ ਅਹੰਕਾਰ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਵਿਖਾਇਆ ਔਰ ਪੰਜਾਬੀਆਂ ਨੂੰ ਅਪਮਾਨਿਤ, ਗੁਰਸਿੱਖਾਂ ਨੂੰ ਅਪਮਾਨਿਤ ਕਰਨ ਦਾ ਕੰਮ ਕੀਤਾ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦਾ ਕੰਮ ਕੀਤਾ, ਜਿਹੜਾ ਕਦੇ ਕੋਈ ਬਰਦਾਸ਼ਤ ਨਹੀਂ ਕਰੂਗਾ। ਹਾਂਜੀ, ਸਾਰੀਆਂ ਗੱਲਾਂ ਵਿੱਚ ਹੀ ਆ ਜੀ। ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਚੈਲੰਜ ਹੈ ਤਾਂ ਸਭ ਕੁਝ ਵਿੱਚ ਹੀ ਆ ਜੀ, ਕੋਈ ਕਸਰ ਰਹਿ ਗਈ ਹੈ? ਦੇਖੋ ਜਿੱਥੇ ਤਾਂ ਭਾਜਪਾ ਦੀ, ਦਿੱਲੀ ਦੀ, ਕੇਂਦਰ ਸਰਕਾਰ ਦੀ ਕੋਈ ਗਤੀਵਿਧੀ ਹੁੰਦੀ ਹੈ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਹਾਂ ਦੀ ਸੁਰ ਮਿਲਾਉਂਦੇ ਆ। ਔਰ ਤੁਹਾਨੂੰ ਅਫਸੋਸ ਹੈ ਮੈਨੂੰ ਇਸ ਗੱਲ ਦਾ ਕਿ 550 ਸਾਲਾਂ ਦਾ ਇੱਕ ਪਾਸੇ ਕੋਰੀਡੋਰ ਖੁੱਲ ਰਿਹਾ ਤੇ ਕੈਪਟਨ ਅਮਰਿੰਦਰ ਸਿੰਘ 550 ਸਾਲਾਂ ਦੀ ਗੱਲ ਘੱਟ ਕਰ ਰਿਹਾ, ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਗੱਲ ਕਰ ਰਹੇ। ਆਪ ਤਾਂ ਘਰੋਂ ਨਹੀਂ ਨਿਕਲਦੇ ਤੇ ਉਧਰ ਕੀ ਸਬਕ ਸਿਖਾ ਦੇਣਾ। ਐਕਚੁਅਲੀ ਉਹਨਾਂ ਦਾ ਰਲ ਮਿਲ ਕੇ ਇਹ ਸਾਰੀ ਪਲੈਨਿੰਗ ਹੋਈ ਹੈ, ਜਿਹਦੇ ਨਾਲ ਮੈਂ ਸਮਝਦਾ ਅਕਾਲ ਤਖਤ ਸਾਹਿਬ ਨੂੰ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪਮਾਨਿਤ ਕੀਤਾ ਗਿਆ। ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਜੱਥਾ ਨਾ ਭੇਜਣ ਦੀ ਸਿਫਾਰਿਸ਼ ਕੀਤੀ ਸੀ ਭਾਰਤ ਸਰਕਾਰ ਨੂੰ। ਹਾਂਜੀ, ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਕੇਂਦਰ ਸਰਕਾਰ ਨੂੰ ਜੱਥਾ ਨਾ ਭੇਜਣ ਦੀ ਸਿਫਾਰਿਸ਼ ਕੀਤੀ ਸੀ। ਇੱਕ ਮੈਂ ਬੇਨਤੀ ਕਰਦਿਆਂ ਜੀ, ਪੰਜਾਬ ਦਾ ਜਿਹੜਾ ਗ੍ਰਹਿ ਵਿਭਾਗ ਹੈ, ਹੋਮ ਮਿਨਿਸਟਰੀ ਹੈ, ਉਹ ਮੁੱਖ ਮੰਤਰੀ ਸਾਹਿਬ ਉਹਨੂੰ ਹੈੱਡ ਕਰਦੇ ਆ। ਮੁੱਖ ਮੰਤਰੀ ਸਾਹਿਬ ਦੇ 2 ਆਲਾ ਅਫਸਰ, ਡੀਜੀਪੀ ਪੰਜਾਬ ਤੇ ਚੀਫ ਸੈਕਟਰੀ ਪੰਜਾਬ, ਸਾਰੇ ਜਾਣਦੇ ਕਿ ਭਾਜਪਾ ਦੇ ਦਿੱਲੀ ਦੇ ਕੇਂਦਰ ਦੇ ਇਸ਼ਾਰੇ ਤੇ ਚੱਲਦੇ ਆ। ਜੋ ਚਿੱਠੀ ਦਿੱਲੀੋਂ ਨਿਕਲਦੀ ਹੈ ਉਹ ਇਹਨਾਂ ਦੇ ਨਾਲ ਆਫਟਰ ਕੰਸਲਟੇਸ਼ਨ ਨਿਕਲਦੀ ਹੈ, ਇਹਨਾਂ ਦੀ ਸਲਾਹ ਨਾਲ ਨਿਕਲਦੀ ਹੈ। ਇਸ ਲਈ ਦੋਵੇਂ ਰਲ ਮਿਲ ਕੇ ਖੇਡਦੇ ਆ, ਮਗਰ ਅਖੀਰ 'ਚ ਅਪਮਾਨਿਤ ਕਿਹਨੂੰ ਕੀਤਾ ਗਿਆ? ਦੇਖੋ ਕਿਸੇ ਧਰਮ ਨਾਲ ਸੰਬੰਧਿਤ ਕਿਸੇ ਚੀਜ਼ ਨੂੰ ਵੀ ਕੋਈ ਕਵੇ ਕਿ ਤੂੰ ਜਾ ਨਹੀਂ ਸਕਦਾ ਆਫਟਰ ਗਿਵਿੰਗ ਡਿਊ ਪਰਮਿਸ਼ਨਸ, ਇਟ ਇਜ਼ ਟੋਟਲੀ ਅਨਜਸਟੀਫਾਈਡ ਐਂਡ ਅਨਐਕਸੈਪਟੇਬਲ। ਔਰ ਅੱਜ ਤੱਕ ਕਦੇ ਵੀ ਜਥੇ ਇਸ ਤਰ੍ਹਾਂ ਨਹੀਂ ਰੋਕੇ ਗਏ। ਔਰ ਜੇ ਨਵੰਬਰ 'ਚ ਜਾ ਸਕਦਾ ਸੀ ਤੇ ਹੁਣ ਕੀ ਪ੍ਰੋਬਲਮ ਆ ਗਈ? ਜਾਣਕਾਰੀ ਮਿਲੀ ਜੀ ਕੈਪਟਨ ਸਾਹਿਬ ਦੇ ਕਰੀਬੀਆਂ ਦਾ ਇੱਕ ਵਫਦ ਕੱਲ 8 ਮੈਂਬਰੀ ਵਫਦ ਵਾਇਆ ਟਾਰੀ ਪਾਕਿਸਤਾਨ ਗਿਆ, ਉਹਨਾਂ ਨੂੰ ਖਾਸ ਤੌਰ ਤੇ ਪਰਮਿਸ਼ਨ ਦਿੱਤੀ ਗਈ ਹੈ। ਬਿਲਕੁਲ ਸਹੀ ਗੱਲ ਹੈ ਜੀ। ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਪਾਰਟੀ ਦਾ ਕੋਈ ਵਫਦ ਹੋਵੇ, ਉਹ ਪਾਕਿਸਤਾਨ 1 ਮਿੰਟ 'ਚ ਜਾ ਵੀ ਸਕਦਾ ਤੇ ਆ ਵੀ ਸਕਦਾ, ਉਦੋਂ ਕੋਈ ਸਿਕਿਉਰਿਟੀ ਕੰਸਰਨ ਨਹੀਂ। ਮਗਰ ਜਦੋਂ ਗੁਰਸਿੱਖਾਂ ਨੇ
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ, ਜਿਹਨੇ ਉੱਥੇ ਹੌਕਾ ਦੀ ਕੀ ਦੇਣਾ ਹੈ, ਪਿਆਰ ਦਾ, ਸਰਬੱਤ ਦੇ ਭਲੇ ਦਾ, ਗੁਰੂ ਦਾ ਸੰਦੇਸ਼ ਨੂੰ ਉੱਥੇ ਪੈਗਾਮ ਨੂੰ ਵਧਾਉਣਾ ਹੈ। ਜਦ ਉਹਨਾਂ ਨੇ ਜਾਣਾ ਤੇ ਉਹਨਾਂ ਲਈ ਪਾਬੰਦੀਆਂ ਨੇ। ਵਿਕਰਮ ਜੀ, ਸ਼੍ਰੋਮਣੀ ਅਕਾਲੀ ਦਲ ਦਾ ਨੈਕਸਟ ਸਟੈਂਡ ਕੀ ਹੋਏਗਾ ਤੇ ਕਿਸ ਤਰ੍ਹਾਂ ਵਿਰੋਧ ਜਤਾਏ? ਦੇਖੋ, ਅਸੀਂ ਆਪ ਦੀ ਕੋਰ ਕਮੇਟੀ 'ਚ, ਕਿਉਂਕਿ ਇਹ ਮੈਟਰ ਬੜਾ ਹੀ ਸੀਰੀਅਸ ਹੈ, ਇਹ ਤੋਂ ਵੱਡਾ ਅਪਮਾਨ, ਇਹ ਤੋਂ ਵੱਡਾ ਡਿਸਰਿਸਪੈਕਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਤੇ ਅਕਾਲ ਤਖਤ ਸਾਹਿਬ ਦੀ ਹੋ ਨਹੀਂ ਸਕਦੀ ਸੀ। ਜੋ ਹੋਈ ਹੈ, ਕੋਰ ਕਮੇਟੀ 'ਚ ਮੈਟਰ ਨੂੰ ਟੇਕ ਅਪ ਕਰਕੇ ਜ਼ੋਰਦਾਰ ਪ੍ਰਧਾਨ ਮੰਤਰੀ ਸਾਹਿਬ ਦਾ ਤੇ ਕੇਂਦਰ ਦੀ ਸਰਕਾਰ ਦਾ ਇਹ 'ਚ ਵਿਰੋਧ ਕੀਤਾ ਜਾਊਗਾ। ਦਿਸ ਇਜ਼ ਅਨਐਕਸੈਪਟੇਬਲ। ਉਹਨਾਂ ਨੂੰ ਲੱਗਾ ਸੀਗਾ ਕਿ ਤੁਸੀਂ ਕਿਸਾਨੀ ਵਿਰੋਧ ਤੇ ਆਪਣਾ ਸ਼੍ਰੋਮਣੀ ਅਕਾਲੀ ਦਲ ਸਾਥ ਨਹੀਂ ਛੱਡੂਗੀ ਬੀਜੇਪੀ ਦਾ, ਇਸ ਕਰਕੇ ਸਾਥ ਛੱਡਤਾ ਕਿ ਹੁਣ ਉਹਨਾਂ ਦੀ ਫਰਸਟ੍ਰੇਸ਼ਨ ਬਾਹਰ ਆ ਰਹੀ ਹੈ। ਨਹੀਂ, ਫਰਸਟ੍ਰੇਸ਼ਨ ਤਾਂ ਇਹ ਹੈ ਹੀ, ਇਹ ਅਹੰਕਾਰ ਹੈ ਤੇ ਫਰਸਟ੍ਰੇਸ਼ਨ ਹੈ, ਇਹ ਡਿਕਟੇਟਰਸ਼ਿਪ ਹੈ। ਦੇਖੋ, ਡੈਮੋਕ੍ਰੇਸੀ 'ਚ ਤੁਸੀਂ ਆਪ ਪਰਮਿਸ਼ਨਾਂ ਦਿੱਤੀਆਂ, ਪਰਮਿਸ਼ਨ ਦੇਣ ਤੋਂ ਬਾਅਦ ਇੱਕ ਧਾਰਮਿਕ ਪ੍ਰੋਗਰਾਮ ਹੈ, ਕੋਈ ਉੱਥੇ ਪੋਲੀਟੀਕਲ ਪ੍ਰੋਗਰਾਮ ਨਹੀਂ ਹੈ। ਔਰ ਸਾਡੇ ਧਾਰਮਿਕ ਸਭ ਤੋਂ ਵੱਡੇ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਹੈੱਡ ਜਿਸ ਨੂੰ ਲੀਡ ਕਰ ਰਹੇ ਹੋਣ, ਉਹਦੇ 'ਚ ਪੋਲੀਟੀਕਲ ਤਾਂ ਕੁਝ ਰਹਿ ਹੀ ਨਹੀਂ ਗਿਆ। ਔਰ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਉਦੋਂ ਲੀਡ ਕਰ ਸਕਦੇ ਸੀ, ਅੱਜ ਕੀ ਨੁਕਸ ਪੈ ਗਿਆ? ਮਤਲਬ ਕਾਂਗਰਸ ਜਿਵੇਂ ਵਿਰੋਧ ਕਰਦੀ ਸੀ, ਹੁਣ ਭਾਜਪਾ ਨੇ ਵੀ ਇਸ ਤਰ੍ਹਾਂ ਸ਼ੁਰੂ ਕਰਤਾ ਜੀ। ਹਾਂਜੀ, ਜਿਵੇਂ ਕਾਂਗਰਸ ਪਹਿਲੇ